ਅੱਜ ਦੇ ਪਾਵਨ ਵਚਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਸੂਹੀ ਰਾਗ ਦੇ ਵਿੱਚ ਉਚਾਰਨ ਕੀਤੇ ਬਾਣੀ ਦੇ ਸ਼ਬਦ ਮੁੱਖ ਵਾਕ ਦੇ ਰੂਪ ਵਿੱਚ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ। ਗੁਰੂ ਸਾਹਿਬ ਜੀ ਅੱਜ ਦੇ ਪਾਵਨ ਵਚਨਾਂ ਦੁਆਰਾ ਸਾਨੂੰ ਸਮਝਾਉਂਦੇ ਹੈ, ਰਹਾਉ ਵਾਲੀਆਂ ਭਗਤੀਆਂ ਨੇ। ਜਪੋ ਹੋ ਤਾਂ ਏਕੋ ਨਾਮ। ਗੁਰੂ ਸਾਹਿਬ ਸਾਨੂੰ ਕਹਿੰਦੇ ਆ ਵੀ ਜੇ ਪ੍ਰਮਾਤਮਾ ਨੂੰ ਖੁਸ਼ ਕਰਨਾ ਚਾਹੁੰਦੇ ਹੋ, ਜੇ ਪ੍ਰਮਾਤਮਾ ਨੂੰ ਖੁਸ਼ ਕਰਨਾ ਹੈ ਤਾਂ ਸਿਰਫ ਇੱਕ ਪ੍ਰਮਾਤਮਾ ਦਾ ਨਾਮ ਹੀ ਜਪੋ। ਅਬਰ ਨਿਰਾਫਲ ਕੰਮ। ਅਬਰ ਦਾ ਮਤਲਬ ਹੈ ਹੋਰ ਕੰਮ, ਹੋਰ ਉਦਮ। ਨਿਰਾਫਲ ਦਾ ਮਤਲਬ ਹੈ ਬੇਅਰਥ। ਪਰਮਾਤਮਾ ਦੇ ਨਾਮ ਨੂੰ ਛੱਡ ਕੇ, ਪਰਮਾਤਮਾ ਦੇ ਸਿਮਰਨ ਨੂੰ ਛੱਡ ਕੇ ਜਿਹੜੇ ਹੋਰ ਸਾਧਨ ਨੇ, ਹੋਰ ਸਾਰੇ ਉਦਮ ਨੇ, ਕਹਿੰਦੇ ਉਹ ਵਿਅਰਥ ਨੇ। ਉਹਨਾਂ ਸਾਰੇ ਉਦਮਾਂ ਨਾਲ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ। ਪਰਮਾਤਮਾ ਨੂੰ ਪ੍ਰਸੰਨ ਕਰਨ ਵਾਸਤੇ ਕਹਿੰਦੇ ਉਸ ਮਾਲਕ ਦਾ ਨਾਮ ਹੀ ਸਿਮਰਨਾ, ਔਰ ਪਰਮਾਤਮਾ ਦੇ ਨਾਮ ਸਿਮਰਨ ਨਾਲ ਹੀ ਉਹ ਮਾਲਕ ਪ੍ਰਸੰਨ ਹੁੰਦਾ ਹੈ। ਕੁਝ ਉਦਾਹਰਨਾਂ ਨੇ ਗੁਰੂ ਸਾਹਿਬ ਵੱਲੋਂ ਦਿੱਤੀਆਂ ਹੋਈਆਂ। ਭਾਂਡਾ ਧੋਏ ਵੈਸ ਧੂਪ ਦੇਵੋ, ਤਉ ਦੂਧੈ ਕਉ ਜਾਵੋ। ਭਾਂਡਾ ਧੋਏ ਮਤਲਬ ਕਿ ਭਾਂਡਾ ਧੋ ਕੇ। ਬੈਸ ਦਾ ਮਤਲਬ ਹੈ ਬੈਠਣਾ। ਦੁੱਧੈ ਕਉ ਦਾ ਮਤਲਬ ਹੈ ਦੁੱਧ ਲੈਣ ਵਾਸਤੇ। ਪੁਰਾਣੇ ਸਮਿਆਂ ਦੇ ਵਿੱਚ ਕਹਿੰਦੇ ਮੱਖਣ ਹਾਸਲ ਕਰਨ ਦੇ ਲਈ ਵੀ ਪਹਿਲਾਂ ਤੁਸੀਂ ਭਾਂਡਾ ਧੋ ਕੇ ਬੈਠ ਕੇ ਉਸ ਭਾਂਡੇ ਨੂੰ ਧੂਪ ਦੇ ਕੇ ਤਦੋਂ ਫਿਰ ਦੁੱਧ ਲੈਣ ਜਾਂਦੇ ਹੋ। ਫਿਰ ਦੁੱਧ ਲਿਆ ਕੇ ਕਹਿੰਦੇ ਜਾਗ ਲਾ ਕੇ ਉਸ ਨੂੰ ਜਮਾਇਆ ਜਾਂਦਾ, ਫਿਰ ਜਮਾਉਂਦੇ ਹੋ। ਇਸੇ ਤਰ੍ਹਾਂ ਕਹਿੰਦੇ ਜੇ ਨਾਮ ਅੰਮ੍ਰਿਤ ਪ੍ਰਾਪਤ ਕਰਨਾ ਹੈ, ਇਹ ਤੇ ਹੈ ਮੱਖਣ ਪ੍ਰਾਪਤ ਕਰਨ ਦੀ ਉਦਾਹਰਨ ਵੀ ਜੇ ਪ੍ਰਮਾਤਮਾ ਦਾ ਨਾਮ ਪ੍ਰਾਪਤ ਕਰਨਾ ਫਿਰ ਕੀ ਕਰਨਾ ਪਊਗਾ। ਫਿਰ ਹਿਰਦੇ ਨੂੰ, ਜਿਵੇਂ ਆਪਾਂ ਦੁੱਧ ਵਾਸਤੇ ਭਾਂਡਾ ਸਾਫ਼ ਕਰਦੇ ਹਾਂ, ਉੱਦਾਂ ਹੀ ਕਹਿੰਦੇ ਹਿਰਦੇ ਨੂੰ ਸਾਫ਼ ਕਰਕੇ, ਮਨ ਨੂੰ ਇੱਧਰਲੇ ਉੱਧਰੇ ਵਿਕਾਰਾਂ ਤੋਂ ਰੋਕ ਕੇ, ਫਿਰ ਕਹਿੰਦੇ ਇਸ ਹਿਰਦੇ ਭਾਂਡੇ ਨੂੰ ਧੂਪ ਦਿਓ। ਤਦੋਂ ਅੰਮ੍ਰਿਤ ਨਾਮ ਰੂਪੀ ਦੁੱਧ ਲੈਣ ਜਾਵੋ। ਤਦੋਂ ਅੰਮ੍ਰਿਤ ਨਾਮ ਰੂਪੀ ਪ੍ਰਾਪਤ ਕਰਨ ਦੇ ਯਤਨ ਕਰੋ। ਦੂਧ ਕਰਮ ਪੁਨ ਸੁਰਤ ਸਮਾਇਣ, ਹੋਏ ਨਿਰਾਸ ਜਮਾਵੋ। ਦੂਧ ਕਰਮ, ਕਰਮ ਦਾ ਮਤਲਬ ਹੈ ਰੋਜ਼ਾਨਾ ਦੀ ਕਿਰਤਕਾਰ। ਸਮਾਇਣ ਨੂੰ ਕਹਿੰਦੇ ਨੇ ਜਾਗ ਨੂੰ। ਕਹਿੰਦੇ ਰੋਜ਼ਾਨਾ ਕਿਰਤਕਾਰ ਜਿਹੜੀ ਇਹ ਦੁੱਧ ਹੈ, ਪਰਮਾਤਮਾ ਪ੍ਰਭੂ ਚਰਨਾਂ ਵਿੱਚ ਹਰ ਵੇਲੇ ਸੁਰਤ ਜੋੜੀ ਰੱਖਣੀ, ਇਹ ਰੋਜ਼ਾਨਾ ਦੀ ਕਿਰਤਕਾਰ ਹੈ। ਇਹ ਕਿਰਤਕਾਰ ਜਿਹੜੀ ਹੈ, ਇਹ ਸੁਰਤ ਜੋੜਨੀ, ਇਹ ਮਤਲਬ ਵੀ ਜਾਗ ਲਾਉਣਾ। ਸੁਰਤ ਜੋੜਨ ਦੀ ਬਰਕਤ ਨਾਲ ਜਾਗ ਲਾ ਕੇ ਫਿਰ ਦੁਨੀਆ ਦੀਆਂ ਆਸਾਂ ਤੋਂ ਉਤਾਹ ਉੱਠਣਾ ਹੈ। ਇਸ ਤਰ੍ਹਾਂ ਕਹਿੰਦੇ ਇਹ ਦੁੱਧ ਜਿਹੜਾ ਹੈ ਤੁਸੀਂ ਜਮਾਉਣਾ ਕਰੋ। ਭਾਵ ਵੀ ਜੋੜੀ ਸੁਰਤ ਦੀ ਸਹਾਇਤਾ ਨਾਲ ਰੋਜ਼ਾਨਾ ਕਿਰਤਕਾਰ ਕਰਦਿਆਂ ਹੀ ਮਾਇਆ ਵੱਲੋਂ ਉਪਰਾਮਤਾ ਜਿਹੀ ਰਹੇਗੀ। ਜਪੋ ਤਾਂ ਏਕੋ ਨਾਮ।
ਜੇ ਪ੍ਰਮਾਤਮਾ ਨੂੰ ਪ੍ਰਸੰਨ ਕਰਨਾ, ਸਿਰਫ ਉਸ ਪ੍ਰਮਾਤਮਾ ਦੇ ਨਾਮ ਨੂੰ ਜਪੋ। ਅਬਰ ਨਿਰਾਫਲ ਕਾਮਾ, ਸਿਮਰਨ ਛੱਡ ਕੇ ਪ੍ਰਮਾਤਮਾ ਨੂੰ ਪ੍ਰਸੰਨ ਕਰਨ ਦੇ ਔਰ ਸਾਰੇ ਉਦਮ ਜਿਹੜੇ ਆ ਗੁਰੂ ਸਾਹਿਬ ਕਹਿੰਦੇ ਭਾਈ ਵਿਅਰਥ ਹਨ। ਇਹੋ ਮਨ ਈਟੀ ਹਾਥ ਕਰੋ ਫਨ, ਨੇਤਰੋਂ ਨੀਂਦ ਨਾ ਆਵੇ। ਨੇਤਰੋਂ ਦਾ ਮਤਲਬ ਹੈ ਨੇਤਰਾ, ਜਿਹੜਾ ਮਧਾਣੀ ਦੇ ਦੁਆਲੇ ਬਲੇਟੀ ਹੋਈ ਉਹ ਰੱਸੀ, ਜਿਸ ਦੀ ਮਦਦ ਨਾਲ ਮਧਾਣੀ ਨੂੰ ਭਵਾ ਕੇ ਚਾਟੀ ਦੇ ਵਿਚਲਾ ਦੁੱਧ ਰਿੜਕੀਦਾ, ਉਸ ਰੱਸੀ ਨੂੰ ਕਹਿੰਦੇ ਆ ਨੇਤਰਾ। ਕਹਿੰਦੇ ਦੁੱਧ ਰਿੜਕਣ ਵੇਲੇ ਤੁਸੀਂ ਕਹਿੰਦੇ ਨੇਤਰੇ ਦੀਆਂ ਈਟੀਆਂ ਹੱਥ ਵਿੱਚ ਫੜਦੇ ਹੋ, ਉਹ ਜੋ ਰੱਸੀ ਦੇ ਨਾਲ ਗਿੱਟੀਆਂ ਲਾਈਆਂ ਹੁੰਦੀਆਂ ਨੂੰ ਈਟੀ ਕਿਹਾ ਜਾਂਦਾ। ਆਪਣੇ ਕਹਿੰਦੇ ਇਸ ਮਨ ਨੂੰ ਵਸ ਵਿੱਚ ਕਰੋ, ਜਿਵੇਂ ਈਟੀਆਂ ਦੇ ਨਾਲ ਨੇਤਰੇ ਨੂੰ ਵਸ ਵਿੱਚ ਕੀਤਾ ਜਾਂਦਾ ਹੈ ਆਤਮਿਕ ਜੀਵਨ ਦੇ ਵਾਸਤੇ। ਇਸ ਤਰ੍ਹਾਂ ਕਹਿੰਦੇ ਇਹ ਮਨ ਰੂਪ ਈਟੀਆਂ ਹੱਥ ਵਿੱਚ ਫੜੋ, ਮਨ ਨੂੰ ਆਪਣੇ ਹੱਥ ਵਿੱਚ ਫੜੀਏ, ਆਪਣੇ ਵਸ ਵਿੱਚ ਕਰੀਏ, ਤੇ ਮਾਇਆ ਦੇ ਮੋਹ ਦੀ ਨੀਂਦ ਜਿਹੜੀ ਹੈ ਮਨ ਉੱਤੇ ਫਿਰ ਪ੍ਰਭਾਵ ਨਾ ਪਾਏ। ਇਹ ਨੇਤਰ ਹੈ, ਇਹ ਰੱਸੀ ਹੈ ਉਹ ਮਧਾਣੀ ਦੀ। ਮਨ ਕਹਿੰਦੇ ਫਿਰ ਇਹ ਮਾਇਆ ਦੇ ਮੋਹ ਤੇ ਨੀਂਦ ਮਨ ਉੱਤੇ ਪ੍ਰਭਾਵ ਨਾ ਪਾਏ, ਇਹ ਨੇਤਰਾ ਹੈ। ਰਸਨਾ ਨਾਮ ਜਪੋ ਤਬ ਮਥੀਏ, ਇਨ ਵੇਦ ਅੰਮ੍ਰਿਤ ਪਾਵੋ। ਕਹਿੰਦੇ ਜੀਵ ਨਾਲ ਪਰਮਾਤਮਾ ਦਾ ਨਾਮ ਜਪੋ, ਜਿਉਂ-ਜਿਉਂ ਨਾਮ ਜਪੋਗੇ ਤਿਉਂ-ਤਿਉਂ ਕਹਿੰਦੇ ਇਹ ਰੋਜ਼ਾਨਾ ਕਿਰਤਕਾਰ ਰੂਪ ਦੁੱਧ ਜਿਹੜਾ ਇਹ ਰਿੜਕੀਦਾ ਰਹੇਗਾ। ਇਹਨਾਂ ਤਰੀਕਿਆਂ ਨਾਲ ਕਹਿੰਦੇ ਰੋਜ਼ਾਨਾ ਕਿਰਤਕਾਰ ਕਰਦੇ ਰਹੋ, ਔਰ ਕਿਰਤਕਾਰ ਕਰਦੇ ਹੋਏ ਨਾਮ ਅੰਮ੍ਰਿਤ ਜਿਹੜਾ ਉਹ ਪ੍ਰਾਪਤ ਕਰ ਲਵੋਗੇ। ਮਨ ਸੰਪਟ ਜਿਤ ਸਤ ਸਰ ਨਾਵਣ, ਭਾਵਨ ਪਾਤੀ ਤ੍ਰਿਪਤ ਕਰੇ। ਮਨ ਸੰਪਟ, ਸੰਪਟ ਕਹਿੰਦੇ ਨੇ ਉਹ ਡੱਬਾ ਜਿਸ ਵਿੱਚ ਠਾਕੁਰ ਮੂਰਤੀ ਰੱਖੀ ਦੀ ਹੈ। ਕਹਿੰਦੇ ਪੁਜਾਰੀ ਜਿਹੜਾ ਹੈ ਉਹ ਮੂਰਤੀ ਨੂੰ ਡੱਬੇ ਵਿੱਚ ਪਾਉਂਦਾ ਹੈ। ਜੇ ਜੀਵ ਆਪਣੇ ਮਨ ਨੂੰ ਡੱਬਾ ਬਣਾਵੇ, ਉਸ ਵਿੱਚ ਪਰਮਾਤਮਾ ਦਾ ਨਾਮ ਟਿਕਾ ਕੇ ਰੱਖੇ, ਕਹਿੰਦੇ ਫਿਰ ਉਸ ਨਾਮ ਦੇ ਰਾਹੀਂ ਸਾਧ ਸੰਗਤ ਸਰੋਵਰ ਵਿੱਚ ਇਸ਼ਨਾਨ ਕਰੇ। ਮਨ ਵਿੱਚ ਟਿਕੇ ਹੋਏ ਪ੍ਰਮਾਤਮਾ ਠਾਕੁਰ ਨੂੰ ਸਰਧਾ ਦੇ ਪੱਤਰਾਂ ਨਾਲ ਪ੍ਰਸੰਨ ਕਰੇ। ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਬਿਦ ਸਾਹਿਬ ਰਬਤ ਰਹੈ। ਅੰਦਰ ਵਸਦੇ ਠਾਕੁਰ ਪਰਮਾਤਮਾ ਦੀ ਸੇਵਾ ਸਿਮਰਨ ਕਰੇ ਤਾਂ ਇਹਨਾਂ ਤਰੀਕਿਆਂ ਨਾਲ ਕਹਿੰਦੇ ਉਹ ਜੀਵ ਮਾਲਕ ਪਰਮਾਤਮਾ ਨੂੰ ਸਦਾ ਹੀ ਮਿਲਿਆ ਰਹਿੰਦਾ ਹੈ। ਕਹਿੰਦੇ ਕਹੈ ਕਹੇ ਕਹਿ ਜਾਵੇ, ਤੁਮ ਸਰ ਆਵਰ ਨ ਕੋਈ। ਕਹਿੰਦੇ ਦਾ ਮਤਲਬ ਕਹਿਣ ਵਾਲੇ, ਸਿਮਰਨ ਤੋਂ ਬਿਨਾਂ ਪਰਮਾਤਮਾ ਨੂੰ ਪ੍ਰਸੰਨ ਕਰਨ ਦੇ ਹੋਰ ਉਦਮ ਦੱਸਣ ਵਾਲੇ। ਜਿਹੜੇ ਸਿਆਣੇ, ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ। ਕਹਿੰਦੇ ਕਹਿ ਕਹੇ ਕਹਿ ਜਾਵੇ, ਇਹ ਕਹਿੰਦੇ ਚਲੇ ਜਾਂਦੇ ਹਨ, ਵਿਅਰਥ ਸਮਾਂ ਗਵਾ ਜਾਂਦੇ ਹੈ। ਪਰ ਉਹ ਪਰਮਾਤਮਾ ਦੇ ਨਾਮ ਦੇ ਬਰਾਬਰ ਦਾ ਕੋਈ ਹੋਰ ਉਦਮ ਜਿਹੜਾ ਹੈ ਉਹ ਨਹੀਂ ਕਰਦੇ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਆ ਕਹਿੰਦੇ ਕਹੇ ਕਹਿ ਜਾਵੇ, ਤੁਮ ਸਬਰ ਆਵਰ ਨਾ ਕੋਈ। ਵੀ ਸਿਮਰਨ ਤੋਂ ਬਿਨਾਂ ਪਰਮਾਤਮਾ ਨੂੰ ਪ੍ਰਸੰਨ ਕਰਨ ਦੇ ਹੋਰ ਉਦਮ ਜਿਹੜੇ ਦੱਸਣ ਵਾਲੇ ਆ, ਉਹ ਬੰਦੇ ਜੋ ਵੀ ਹੋਰ ਉਦਮ ਦੱਸਦੇ ਹਨ, ਉਹ ਦੱਸ ਕੇ ਆਪਣਾ ਜੀਵਨ ਸਮਾਂ ਵਿਅਰਥ ਗਵਾ ਜਾਂਦੇ ਹਨ। ਕਿਉਂਕਿ ਇਹ ਪ੍ਰਮਾਤਮਾ ਤੇਰੇ ਸਿਮਰਨ ਵਰਗਾ ਹੋਰ ਕੋਈ ਉਦਮ ਨਹੀਂ ਹੈ। ਭਗਤ ਈਣ ਨਾਨਕ ਜਨ ਜੰਪੈ, ਹਉਸਾ ਲਾਈ ਸੱਚਾ ਸੋਈ। ਭਾਵੇਂ ਕਹਿੰਦੇ ਨਾਨਕ ਤੇਰਾ ਦਾਸ ਭਗਤੀ ਤੋਂ ਸਖਣਾ ਹੈ, ਪਰ ਫਿਰ ਵੀ ਇਹ ਇਹੀ ਬੇਨਤੀ ਕਰਦਾ ਕਿ ਮੈਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਦਾ ਸਿਫਤ ਸਲਾਹ ਕਰਦਾ ਰਵਾਂ। ਅੱਜ ਦੇ ਪਾਵਨ ਵਚਨਾਂ ਦੁਆਰਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ
ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਭਗਤੀ ਤੋਂ ਸਖਣਾ ਕਹਿੰਦੇ ਹੈ ਵੀ ਇਹ ਮਾਲਕਾ, ਭਾਵੇਂ ਨਾਨਕ ਤੇਰਾ ਦਾਸ ਭਗਤੀ ਤੋਂ ਸਖਣਾ ਹੀ ਹੈ, ਫਿਰ ਵੀ ਕਹਿੰਦੇ ਇਹੀ ਬੇਨਤੀ ਕਰਦਾ ਕਿ ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੀ ਸਦਾ ਸਖਤ ਸਲਾਹ ਕਰਦਾ ਰਵਾਂ। ਭਾਵੇਂ ਕਿ ਉਹ ਆਪ ਨਾਰਾਇਣ ਸਨ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਪਰ ਸਾਡੇ ਗੁਰੂ ਸਾਹਿਬਾਨਾਂ ਨੇ ਆਪਣੇ ਆਪ ਨੂੰ ਪਰਮਾਤਮਾ ਨਹੀਂ ਅਖਾਇਆ, ਉਹਨਾਂ ਨੇ ਪਰਮਾਤਮਾ ਦੀ ਗੱਲ ਕੀਤੀ ਹੈ। ਸਾਰੀ ਗੁਰਬਾਣੀ ਅਕਾਲ ਪੁਰਖ ਪਰਮਾਤਮਾ ਦੀ ਗੱਲ ਕਰਦੀ ਹੈ। ਪਰਮਾਤਮਾ ਜਿਹੜਾ ਉਹ ਜਰੇ ਜਰੇ ਵਿੱਚ ਵਸਦਾ ਹੈ, ਉਹ ਹਰ ਇੱਕ ਦੇ ਅੰਦਰ ਵਸਦਾ ਹੈ। ਉਸ ਅਕਾਲ ਪੁਰਖ ਪਰਮਾਤਮਾ ਨੂੰ ਪਾਉਣ ਵਾਸਤੇ ਗੁਰਬਾਣੀ ਦਾ ਜਹਾਜ਼ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਗੁਰਬਾਣੀ ਰੂਪ ਜਹਾਜ਼ ਉੱਤੇ ਸਵਾਰ ਹੋ ਕੇ ਅਕਾਲ ਪੁਰਖ ਪਰਮਾਤਮਾ ਦੇ ਦੇਸ ਨੂੰ ਜਾਇਆ ਜਾ ਸਕਦਾ ਹੈ। ਆਓ ਗੁਰੂ ਕਿਰਪਾ ਕਰੇ, ਸਭਨਾਂ ਉੱਪਰ ਮਿਹਰ ਭਰਿਆ ਹੱਥ ਰੱਖੇ, ਸਭਨਾਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ੇ। ਇਹੋ ਅਰਦਾਸ ਸਤਿਗੁਰ ਦੇ ਚਰਨਾਂ 'ਚ ਕਰਦੇ ਰਹੀਏ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਦਾਸ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਹੀ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।